ਸ਼ਬਦ ਵਿਚਾਰਾਂ ਦੀ ਲੜੀ ਵਿੱਚ 23 ਨੰਬਰ 'ਤੇ ਵਿਸ਼ਾ ਚੁਣਿਆ ਗਿਆ ਹੈ ਗੁਰਬਾਣੀ ਵਿੱਚ ਦੁੱਤ ਸੰਜੋਗੀ ਅੱਖਰਾਂ ਦੀ ਵਰਤੋਂ। ਦੁੱਤ ਸੰਜੋਗੀ ਅੱਖਰ ਕੀ ਹੁੰਦਾ ਹੈ? ਇਸ ਦਾ ਉੱਤਰ ਹੈ ਦੋ ਸ਼ਬਦਾਂ ਦੇ ਜੁੱਟ ਨੂੰ ਦੁੱਤ ਸੰਜੋਗੀ ਅੱਖਰ ਕਿਹਾ ਜਾਂਦਾ ਹੈ, ਜਿਨ੍ਹਾਂ ਵਿੱਚ ਪੂਰੇ ਅੱਖਰ ਦੇ ਪੈਰ ਵਿੱਚ ਅੱਧਾ ਅੱਖਰ ਲਿਖਿਆ ਹੁੰਦਾ ਹੈ। ਪੈਰ ਵਿੱਚ ਅੱਖਰ ਹੋਣ ਦੀ ਥਾਂ ਪੂਰੇ ਅੱਖਰ ਦੇ ਨਾਲ ਵੀ ਅੱਧਾ ਅੱਖਰ ਹੋ ਸਕਦਾ ਹੈ, ਜਿਵੇਂ ਸਥਾਨ ਸ਼ਬਦ ਵਿੱਚ ਸੱਸਾ ਅੱਧਾ ਹੈ, ਉਸ ਤੋਂ ਬਾਅਦ ਥੱਥੇ ਨੂੰ ਕੰਨਾ ਨੰਨਾ ਹੈ। ਇਸੇ ਤਰ੍ਹਾਂ ਕਿਰਪਾ, ਭ੍ਰਮ, ਪ੍ਰੀਤ ਇਹਨਾਂ ਸ਼ਬਦਾਂ ਵਿੱਚ ਦੁੱਤ ਸੰਜੋਗੀ ਅੱਖਰਾਂ ਦੀ ਵਰਤੋਂ ਹੈ। ਪੈਰ ਵਿੱਚ ਜਾਂ ਨਾਲ ਨਾਲ ਲਿਖਿਆ ਅੱਧਾ ਅੱਖਰ ਕਿਵੇਂ ਬੋਲਿਆ ਜਾਂਦਾ ਹੈ? ਉੱਤਰ ਹੈ ਇਹ ਅੱਧਾ ਅੱਖਰ ਤੇਜ਼ੀ ਨਾਲ ਬੋਲਣਾ ਹੁੰਦਾ ਹੈ। ਇਹ ਅੱਧਾ ਅੱਖਰ ਇਵੇਂ ਹੁੰਦਾ ਹੈ ਜਿਵੇਂ ਛੋਟਾ ਬੱਚਾ ਕਿਸੇ ਨੇ ਕੁੱਛੜ ਚੁੱਕਿਆ ਹੋਵੇ। ਇਹ ਅੱਧਾ ਅੱਖਰ ਪੂਰੇ ਅੱਖਰ ਦੇ ਨਾਲ ਹੀ ਤੇਜ਼ੀ ਨਾਲ ਬੋਲਣਾ ਹੁੰਦਾ ਹੈ। ਤੇਜ਼ੀ ਨਾਲ ਇਸ ਲਈ ਕਿਉਂਕਿ ਇਹ ਅੱਧਾ ਅੱਖਰ ਹੁੰਦਾ ਹੈ। ਗੁਰਬਾਣੀ ਵਿੱਚ ਕਿਹੜੇ ਅੱਖਰ ਦੁੱਤ ਵਜੋਂ ਵਰਤੇ ਗਏ ਹਨ, ਭਾਵ ਪੈਰਾਂ ਵਿੱਚ ਵਰਤੇ ਗਏ ਹਨ? ਇਹ ਅੱਖਰ ਹਨ ਹਾਹਾ, ਗੱਗਾ, ਚੱਚਾ, ਟੈਂਕਾ, ਤੱਤਾ, ਨੰਨਾ, ਯਈਆ, ਰਾਰਾ ਅਤੇ ਵਾਵਾ। ਦੁੱਤ ਅੱਖਰ ਦੀ ਵਰਤੋਂ ਨਾਲ ਬਣੇ ਸ਼ਬਦ ਨੂੰ ਉਚਾਰਨ ਕਰਨ ਦਾ ਕੀ ਨਿਯਮ ਹੈ? ਦੁੱਤ ਕੀਤਾ ਗਿਆ ਅੱਖਰ ਤੇਜ਼ੀ ਨਾਲ ਬੋਲਿਆ ਜਾਂਦਾ ਹੈ ਕਿਉਂਕਿ ਇਹ ਅੱਧਾ ਹੁੰਦਾ ਹੈ। ਜੇ ਪੂਰੇ ਅੱਖਰ ਨੂੰ ਕੋਈ ਲਾਗ ਲੱਗੀ ਹੋਵੇ, ਲਗ ਤੋਂ ਭਾਵ ਹੈ ਕੰਨਾ, ਸਿਹਾਰੀ ਵਿਹਾਰੀ, ਔਂਕੜ ਦੁਲੈਂਕੜ, ਲਾਮ ਦੁਲਾਮ, ਹੋੜਾ ਕਨੌੜਾ, ਤਾਂ ਇਹ ਲਗ ਉਸ ਅੱਖਰ ਦੇ ਪੈਰ ਲੱਗੇ ਭਾਵ ਦੁੱਤ ਕੀਤੇ ਅੱਖਰ ਨਾਲ ਬੋਲੀ ਜਾਂਦੀ ਹੈ। ਜੇ ਇਸ ਨਿਯਮ ਦੀ ਪਾਲਣਾ ਨਹੀਂ ਹੁੰਦੀ ਤਾਂ ਪਾਠ ਅਸ਼ੁੱਧ ਮੰਨਿਆ ਜਾਂਦਾ ਹੈ। ਜਿਵੇਂ ਸ਼ਬਦ ਹੈ ਕ੍ਰਿਸ਼ਨ, ਇਸ ਸ਼ਬਦ ਵਿੱਚ ਕੱਕਾ ਅੱਖਰ ਦੀ ਸਿਹਾਰੀ ਰਾਰਾ ਨਾਲ ਬੋਲਣੀ ਬਣਦੀ ਹੈ ਤਾਂ ਸ਼ਬਦ ਬਣਦਾ ਹੈ ਕ੍ਰਿਸ਼ਨ। ਜੇ ਇਸ ਨਿਯਮ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਇਸ ਦਾ ਉਚਾਰਨ ਬਣੇਗਾ ਕਿਰਸ਼ਨ, ਜੋ ਕਿ ਠੀਕ ਨਹੀਂ ਹੋਵੇਗਾ। ਗੁਰਬਾਣੀ ਵਿੱਚੋਂ ਕੁਝ ਪ੍ਰਮਾਣ ਲੈ ਕੇ ਇਸ ਤੱਥ ਨੂੰ ਸਪਸ਼ਟ ਕੀਤਾ ਜਾਂਦਾ ਹੈ। ਤੁਮਰੀ ਕਿਰਪਾ ਮਹਿ ਸੂਖ ਕਨੇਰੇ, ਪੰਨਾ 268। ਇਸ ਸ਼ਬਦ ਵਿੱਚ, ਇਸ ਵਾਕ ਵਿੱਚ ਸ਼ਬਦ ਹੈ ਕਿਰਪਾ, ਕੱਕੇ ਨੂੰ ਸਿਆਰੀ ਪੈਰ ਵਿੱਚ ਰਾਰਾ ਹੈ। ਜਿਸ ਤਰ੍ਹਾਂ ਕ੍ਰਿਸ਼ਨ ਪੜ੍ਹਿਆ ਜਾਂਦਾ ਹੈ, ਇਸੇ ਤਰ੍ਹਾਂ ਇਹ ਸ਼ਬਦ ਕਿਰਪਾ ਪੜ੍ਹਿਆ ਜਾਣਾ ਚਾਹੀਦਾ ਹੈ, ਪਰ ਆਮ ਪਾਠਕ ਇਸ ਨੂੰ ਕਿਰਪਾ ਕਰਕੇ ਹੀ ਪੜ੍ਹਦੇ ਹਨ। ਕਈ ਵਾਰ ਪ੍ਰਸ਼ਨ ਕਰਦੇ ਹਨ ਕਿ ਕਿਰਪਾ ਅਤੇ ਕਿਰਪਾ ਦਾ ਮਤਲਬ ਦਾ ਕੀ ਫਰਕ ਹੈ, ਇਹਨਾਂ ਦੇ ਅਰਥਾਂ ਵਿੱਚ ਕੀ ਫਰਕ ਹੈ? ਭਾਵੇਂ ਅਰਥਾਂ ਵਿੱਚ ਫਰਕ ਨਹੀਂ, ਪਰ ਸਤਿਗੁਰੂ ਜੀ ਨੇ ਬਾਣੀਕਾਰਾਂ ਨੇ ਕਿਉਂਕਿ ਲਿਖਿਆ ਹੀ ਪੈਰ ਵਿੱਚ ਰਾਰਾ ਹੈ, ਇਸ ਕਰਕੇ ਪੈਰ ਲੱਗੇ ਰਾਰਾ ਨੂੰ ਬੋਲਣ ਦਾ ਨਿਯਮ ਇੱਥੇ ਭੰਗ ਨਹੀਂ ਕੀਤਾ ਜਾ ਸਕਦਾ, ਭਾਵੇਂ ਅਰਥ ਇੱਕੋ ਹੀ ਹੈ। ਇਹ ਕਾਵਿ ਰਚਨਾ ਹੈ, ਇਸ ਕਰਕੇ ਸ਼ਬਦਾਂ ਦਾ ਵੱਖ-ਵੱਖ ਸਰੂਪ ਵਰਤਿਆ ਗਿਆ ਹੈ। ਜਨਮ ਬ੍ਰਿਥਾ ਜਾਤ, ਰੰਗ ਮਾਇਆ ਕੈ, ਪੰਨਾ 12। ਬ੍ਰਿਥਾ ਸ਼ਬਦ ਦਾ ਪਾਠ ਬਿਰਥਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਬਾਬੇ ਨੂੰ ਸਿਆਰੀ ਪੈਰ ਵਿੱਚ ਰਾਰਾ ਹੈ। ਤ੍ਰੈ ਗੁਣ ਦੀਸਹਿ ਮੋਹਿ ਮਾਇਆ, ਪੰਨਾ 129। ਤ੍ਰੈ ਸ਼ਬਦ ਵਿੱਚ ਤੱਤੇ ਦੇ ਪੈਰ 'ਚ ਰਾਰਾ, ਤੱਤੇ ਨੂੰ ਦੁਲਾਵਾਂ ਹਨ। ਤੱਤੇ ਵਾਲੀਆਂ ਦੁਲਾਵਾਂ ਰਾਰਾ ਅੱਖਰ ਨਾਲ ਲੱਗਣਗੀਆਂ, ਤੱਤਾ ਮੁਕਤਾ ਹੋ ਜਾਏਗਾ, ਉਚਾਰਨ ਬਣੇਗਾ ਤ੍ਰੈ। ਕਿਰਪਾ ਜਬ ਦੇਹ ਨਾਨਕ ਸ਼ਾਰਿੰਗ ਕਉ, ਹੋਈ ਜਾਤੇ ਤੇਰਾ ਨਾਇ ਵਾਸਾ, ਪੰਨਾ 13। ਸ਼ਬਦ ਹੈ ਕਿਰਪਾ, ਜਿਸ ਨੂੰ ਕਿਰਪਾ ਕਰਕੇ ਨਹੀਂ ਪੜ੍ਹਿਆ ਜਾ ਸਕਦਾ। ਸ਼੍ਰੀ ਗੁਰਦੇਵ ਨਮଃ, ਪੰਨਾ 262। ਸ਼ਬਦ ਹੈ ਸੱਸੇ ਨੂੰ ਬਿਹਾਰੀ ਪੈਰ ਚਰਾਰਾ। ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਸ਼੍ਰੀ ਹੈ।
ਸੱਸਾ ਮੁਕਤਾ ਹੋ ਜਾਏਗਾ, ਸੱਸੇ ਵਾਲੀ ਸਿਹਾਰੀ ਪੈਰ ਰਾਰਾ ਨਾਲ ਬੋਲੀ ਜਾਏਗੀ ਤਾਂ ਬਣ ਜਾਏਗਾ ਸ਼੍ਰੀ। SHREE ਇਸ ਦਾ ਹੋਏਗਾ ਟ੍ਰਾਂਸਲਿਟਰੇਸ਼ਨ। ਤਾਂ ਨਾਨਕ ਹਾਰੀ ਹਾਰੀ ਅੰਮ੍ਰਿਤੋ ਬਰਖੈ, ਪੰਨਾ 264। ਸ਼ਬਦ ਹੈ ਐੜਾ ਅੱਖਰ ਉੱਪਰ ਟਿੱਪੀ, ਮੰਮੇ ਨੂੰ ਸਿਹਾਰੀ, ਪੈਰ ਚਰਾਰਾ, ਤੱਤੇ ਨੂੰ ਔਂਕੜ। ਸੋ ਮੰਮੇ ਵਾਲੀ ਸਿਹਾਰੀ ਪੈਰ ਵਿੱਚ ਲੱਗੇ ਰਾਰਾ ਨਾਲ ਪੜ੍ਹਨ ਤੇ ਇਹ ਬਣੇਗਾ ਅੰਮ੍ਰਿਤ। ਇਸ ਦਾ ਉਚਾਰਨ ਅੰਮ੍ਰਿਤ ਜਾਂ ਅਮਿਰਤ ਕਰਨਾ ਯੋਗ ਨਹੀਂ ਹੈ। ਖਟ ਸ਼ਾਸਤਰ ਸਿਮ੍ਰਿਤੀ ਵਖਿਆਨ, ਪੰਨਾ 265। ਸ਼ਾਸਤਰ ਤੱਤਾ ਤੇ ਰਾਰਾ ਪੈਰ ਵਿੱਚ ਹੈ, ਇਹਦਾ ਉਚਾਰਨ ਇਕੱਠਾ ਹੋਏਗਾ, ਰਾਰਾ ਅੱਖਰ ਦਾ ਉਚਾਰਨ ਥੋੜਾ ਫਾਸਟ ਹੋਏਗਾ। ਸ਼ਾਸਤਰ, ਜਿਸ ਤਰ੍ਹਾਂ ਮਿੱਤਰ ਮਿੱਤਰ, ਪੁੱਤਰ ਪੁੱਤਰ, ਲਾਈਕ ਦੈਟ। ਦੂਸਰਾ ਸ਼ਬਦ ਹੈ ਸਿਮ੍ਰਿਤੀ। ਮੰਮਾ ਅੱਖਰ ਦੇ ਪੈਰ 'ਚ ਅੱਧਾ ਰਾਰਾ, ਮੰਮੇ ਨੂੰ ਸਿਹਾਰੀ ਵੀ ਹੈ। ਸਿਮ੍ਰਿਤੀ ਭਾਵੇਂ ਆਮ ਪਾਠਕਾਂ ਵਿੱਚ ਇਸ ਦਾ ਉਚਾਰਨ ਸਿਮਰਤ ਪ੍ਰਚਲਿਤ ਹੈ, ਪਰ ਇਹ ਠੀਕ ਨਹੀਂ। ਸਿਮਰਤ ਸ਼ਬਦ ਵਿੱਚ ਕੇਵਲ ਇੱਕ ਸਿਹਾਰੀ ਹੁੰਦੀ ਹੈ ਸੱਸਾ ਅੱਖਰ ਨਾਲ। ਮੰਮਾ ਰਾਰਾ ਤੱਤਾ ਮੁਕਤੇ ਅੱਖਰ ਹੁੰਦੇ ਹਨ। ਉਸ ਦਾ ਮਤਲਬ ਹੈ ਯਾਦ ਕਰਨਾ। ਪ੍ਰਭ ਸਿਮਰਤ ਕਾਛੂ ਬੇਗਨ ਨੂੰ ਨਾ ਲਾਗੈ, ਪਰ ਇੱਥੇ ਸ਼ਬਦ ਜੋੜ ਵੱਖ ਹਨ। ਸਿਮ੍ਰਿਤੀ ਇਸ ਦਾ ਅਰਥ ਹੈ ਪੁਸਤਕਾਂ, ਰਿਸ਼ੀਆਂ ਮੁਨੀਆਂ ਦੀਆਂ ਲਿਖੀਆਂ ਪੁਸਤਕਾਂ ਸਿਮ੍ਰਿਤੀਆਂ। ਕਈ ਕੋਟਿ ਭੂਤ ਪ੍ਰੇਤ ਸ਼ੂਕਰ ਮ੍ਰਿਗਾਜ, ਪੰਨਾ 276। ਪ੍ਰੇਤ ਪੱਪੇ ਨੂੰ ਲਾਮ ਰਾਰਾ ਅੱਖਰ ਨਾਲ ਬੋਲੀ ਜਾਏਗੀ, ਪ੍ਰੇਤ ਬਣੇਗਾ। ਦੂਸਰਾ ਸ਼ਬਦ ਮ੍ਰਿਗਾਚ ਹੈ। ਇਸ ਦਾ ਉਚਾਰਨ ਭਾਵੇਂ ਮਿਰਗਾਚ ਕੀਤਾ ਜਾਂਦਾ ਹੈ, ਪਰ ਇਹ ਠੀਕ ਨਹੀਂ, ਕਿਉਂਕਿ ਮੰਮਾ ਅੱਖਰ ਦੀ ਸਿਹਾਰੀ ਪੈਰ ਲੱਗੇ ਰਾਰਾ ਨਾਲ ਬੋਲੀ ਜਾਣੀ ਹੈ। ਕਈ ਕੋਟਿ ਆਕਾਸ਼ ਬ੍ਰਹਮੰਡ, ਪੰਨਾ 276। ਬ੍ਰਹਮੰਡ ਬੱਬੇ ਦੇ ਪੈਰ ਚਰਾਰਾ ਹੈ, ਬ੍ਰ ਕਰਕੇ ਬੋਲੇ ਜਾਏਗਾ। ਇਸ ਨੂੰ ਬਾਹਰ ਨਹੀਂ ਬ੍ਰ ਕਰਕੇ ਪੜਾਂਗੇ, ਬ੍ਰਹਮੰਡ। ਕਬੂ ਹੋਈ ਪੰਡਿਤੋ ਕਰੇ ਬਖਿਆਨ, ਪੰਨਾ 277। ਸ਼ਬਦ ਹੈ ਬੱਬਾ ਖੱਖੇ ਦੇ ਪੈਰ ਵਿੱਚ ਅੱਧਾ ਯਈਆ, ਕੰਨਾ ਨਨੇ ਨੌਂਕੜ। ਸੋ ਇਹ ਯਈਆ ਜੋ ਪੈਰ ਵਿੱਚ ਹੈ, ਇਸ ਨੂੰ ਕੰਨਾ ਲੱਗੇਗਾ, ਯਈਆ ਅੱਖਰ ਦਾ ਸਵਰ ਬਣ ਜਾਏਗਾ, ਸਿਹਾਰੀ ਬਣ ਜਾਏਗੀ, ਖੱਖੇ ਨੂੰ ਐੜਾ ਬਣ ਜਾਏਗਾ, ਐੜੇ ਨੂੰ ਕੰਨਾ ਲੱਗ ਜਾਏਗਾ, ਬਣੇਗਾ ਬਖਿਆਨ। ਸ਼ਰਮ ਭਾਵੈ ਸਗਲੇ ਬਿਰਥਾਰੇ, ਪੰਨਾ 278। ਸ਼ਬਦ ਹੈ ਸੱਸੇ ਪੈਰ ਚਰਾਰਾ, ਮੰਮਾ ਅੱਖ ਨਾਲ ਔਂਕੜ ਹੈ। ਇਹ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ, ਸ਼ਾਹ ਧੁਨੀ ਉਸ ਭਾਸ਼ਾ ਵਿੱਚੋਂ ਹੈ। ਉਚਾਰਨ ਹੈ ਸ਼ਰਮ। ਸ਼ਰਮ ਕਰਕੇ ਇਸ ਦਾ ਪਾਠ ਨਹੀਂ ਹੋਏਗਾ। ਸੱਸੇ ਦੇ ਪੈਰ ਚੋਂ ਰਾਰਾ ਹੈ, ਇਹ ਫਾਸਟ ਬੋਲਿਆ ਜਾਏਗਾ ਸ਼ਰਮ, ਜਿਸ ਦਾ ਅਰਥ ਹੈ ਭੱਜ ਦੌੜ, ਉਦੋਂ। ਘਟ ਘਟ ਸੁਣੀ ਸ਼ਰਵਨ ਬਖਿਆਣੀ, ਪੰਨਾ 279। ਸ਼ਬਦ ਹੈ ਸੱਸੇ ਦੇ ਪੈਰ ਚਰਾਰਾ, ਵਾਵਾ ਨੰਨਾ। ਇਹ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਵਿੱਚੋਂ ਹੈ। ਇਸ ਦਾ ਮੂਲ ਧਾਤੂ ਹੈ ਸ਼ਰਵ ਤੇ ਇਸ ਦਾ ਉਚਾਰਨ ਹੈ ਸ਼ਰਵਨ। ਸ਼ਰਵਨ, ਇਸ ਨੂੰ ਸਰਵਣ ਕਰਕੇ ਨਹੀਂ ਪੜ੍ਹਿਆ ਜਾ ਸਕਦਾ, ਨਾ ਹੀ ਸ਼ਰਵਣ ਕਰਕੇ, ਕਿਉਂਕਿ ਰਾਰਾ ਅੱਧਾ ਹੈ, ਸ਼ਰਵਨ। ਦੂਸਰਾ ਸ਼ਬਦ ਹੈ ਬਖਿਆਣੀ, ਖੱਖੇ ਦੇ ਪੈਰ 'ਚ ਅੱਧਾ ਜਈਆ ਕੰਨਾ ਹੈ, ਉਚਾਰਨ ਬਖਿਆਣੀ ਇਸ ਦਾ ਸ਼ੁੱਧ ਹੋਏਗਾ। ਸਾਧ ਸੰਗਤ ਵਿੱਚ ਸ਼ਬਦ ਸਰਵਣ ਕਰੋ ਕਹਿਣਾ ਗੁਰਬਾਣੀ ਦੀ ਭਾਸ਼ਾ ਤੇ ਸਾਊਪਣੇ ਦੇ ਅਨੁਕੂਲ ਨਹੀਂ। ਕਹਿਣਾ ਚਾਹੀਦਾ ਹੈ ਸ਼ਬਦ ਪ੍ਰੇਮ ਨਾਲ ਸ਼ਰਵਣ ਕਰੋ, ਕਿਉਂਕਿ ਸ਼ਾਹ ਧੁਨੀ ਨਾਲ ਹੀ ਅਰਥ ਕੰਨ ਬਣਦੇ ਹਨ ਤੇ ਸੱਸਾ ਧੁਨੀ ਬੋਲਣ ਨਾਲ ਅਰਥ ਥਣ ਬਣਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ
ਦਾ ਗਿਆਨ ਰੱਖਣਾ ਬੋਲਣ ਵਾਲੇ ਵਾਸਤੇ ਅਤੀ ਜ਼ਰੂਰੀ ਹੈ। ਪਾਠ ਕਰਦਿਆਂ ਪੰਨਾ 1194 ਉੱਤੇ ਇੱਕ ਪਾਵਨ ਪੰਕਤੀ ਆਉਂਦੀ ਹੈ, ਬੇਨੂੰ ਸਰਵਣਾ ਖੀਰ ਪਿਲਾਇਆ। ਬਸੰਤ ਰਾਗ ਵਿੱਚ ਸ਼ਬਦ ਹੈ। ਖੀਰ ਤੋਂ ਭਾਵ ਹੈ ਦੁੱਧ, ਸਰਵਣਾ, ਸਰਵਣ ਤੋਂ ਭਾਵ ਹੈ ਇੱਥੇ ਥਣ। ਬਿਨ ਸਰਵਣਾ, ਥਣਾ ਤੋਂ ਬਿਨਾ ਖੀਰ ਪਿਲਾਇਆ, ਦੁੱਧ ਪਿਲਾਇਆ ਜਾ ਰਿਹਾ ਹੈ। ਥਣ ਨਹੀਂ ਹਨ ਪਰ ਦੁੱਧ ਪਿਲਾਇਆ ਜਾ ਰਿਹਾ ਹੈ। ਬੜੀ ਮਸ਼ਹੂਰ ਪੰਕਤੀ ਹੈ। ਇਸ ਤੋਂ ਪਤਾ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਸਰਵਣ ਸ਼ਬਦ ਵੀ ਹੈ ਤੇ ਸ਼ਰਵਣ ਵੀ ਹੈ। ਇਸ ਤਰ੍ਹਾਂ ਹੀ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਸ਼ਰਵਣਹੁ ਮੇਰਿਓ ਕਰਕੇ ਪਾਠ ਕਰਨਾ ਚਾਹੀਦਾ, ਨਹੀਂ ਤਾਂ ਅਰਥ ਹੋਏਗਾ, ਹੇ ਮੇਰੇ ਥਣੋ, ਤੁਸੀਂ ਸੱਚੇ ਦੀ ਗੱਲ ਸੁਣਨ ਵਾਸਤੇ ਭੇਜੇ ਗਏ ਹੋ। ਸੋ ਗੱਲ ਥਣਾ ਨੇ ਨਹੀਂ ਸੁਣਨੀ, ਗੱਲ ਸੁਣਨੀ ਹੈ ਕੰਨਾਂ ਨੇ। ਇਸ ਕਰਕੇ ਸਾਧ ਸੰਗਤ 'ਚ ਬੋਲਣ ਲੱਗਿਆਂ ਸੰਕੋਚ ਕਰਨਾ ਚਾਹੀਦਾ ਹੈ। ਸ਼ਰਵਣ ਕਹਿਣ ਤੋਂ ਕਹਿਣਾ ਚਾਹੀਦਾ ਹੈ ਸ਼ਬਦ ਸ਼ਰਵਣ ਕਰੋ, ਨਹੀਂ ਤਾਂ ਨਿਰਾਦਰੀ ਹੈ ਸੁਣਨ ਵਾਲਿਆਂ ਦੀ। ਜੀ ਪ੍ਰਸਾਦੀ ਛੱਤੀ ਅੰਮ੍ਰਿਤ ਖਾਹੀ, ਪੰਨਾ 269। ਇਸ ਵਿੱਚ ਹੈ ਪਪੇ ਪੈਟ ਲਗਾਰਾ ਪ੍ਰਸਾਦੀ। ਇਸ ਨੂੰ ਪਰ ਕਰਕੇ ਨਹੀਂ ਪ੍ਰ ਕਰਕੇ ਪੜਿਆ ਜਾਏਗਾ। ਦੂਸਰਾ ਸ਼ਬਦ ਹੈ ਅੰਮ੍ਰਿਤ। ਇਸ ਦੇ ਵਿਚਾਰ ਆਪਾਂ ਕਰ ਚੁੱਕੇ ਹਾਂ। ਜੀ ਪ੍ਰਸਾਦੀ ਗ੍ਰਿਹ ਸੰਗੇ ਸੁਖ ਬਸਨਾ, ਪੰਨਾ 269। ਇਸ ਪਾਵਨ ਪੰਕਤੀ ਵਿੱਚ ਸ਼ਬਦ ਹੈ ਗ੍ਰਿਹ। ਗੱਗੇ ਨੂੰ ਸਿਹਾਰੀ ਹੈ, ਪੈਰ ਵਿੱਚ ਰਾਰਾ ਲੱਗਾ ਹੋਇਆ। ਗੱਗੇ ਵਾਲੀ ਸਿਹਾਰੀ ਪੈਰ ਰਾਰਾ ਨਾਲ ਬੋਲ ਕੇ ਗੱਗਾ ਮੁਕਤਾ ਹੋ ਜਾਏਗਾ ਤੇ ਉਚਾਰਨ ਬਣੇਗਾ ਗ੍ਰਿਹ। ਇਸ ਦਾ ਮਤਲਬ ਹੈ ਘਰ। ਸੁਣ ਵਿੱਚ ਆਇਆ ਹੈ ਕਿ ਸੱਦਾ ਦੇਣ ਵਾਲੇ ਦੂਜਿਆਂ ਨੂੰ ਕਹਿੰਦੇ ਹਨ, ਸਾਡੇ ਗ੍ਰਹਿ ਵਿਖੇ ਦਰਸ਼ਨ ਦਿਓ, ਅਸੀਂ ਪਾਠ ਕਰਾਉਣਾ ਹੈ। ਇਸ ਤੋਂ ਗੁਰਬਾਣੀ ਦੀ ਭਾਸ਼ਾ ਵਿੱਚ ਮਤਲਬ ਹੈ ਸਾਡੇ ਨਛੱਤਰ ਵਿੱਚ ਦਰਸ਼ਨ ਦਿਓ। ਠੀਕ ਬੋਲਣ ਨਾਲ ਹੀ ਠੀਕ ਅਰਥ ਬਣਦੇ ਹਨ, ਜਾਂ ਜੋ ਮੂੰਹ ਵਿੱਚੋਂ ਬੋਲਿਆ ਜਾਂਦਾ ਹੈ ਅਰਥ ਉਸੇ ਮੁਤਾਬਕ ਹੀ ਸਰੋਤੇ ਬਣਾਉਂਦੇ ਹਨ। ਸੋ ਪਹੁੰਚਣਾ ਘਰ ਵਿੱਚ ਹੈ, ਨਛੱਤਰਾਂ ਤੇ ਨਹੀਂ ਪਹੁੰਚਣਾ, ਪਲੈਨਟ ਤੇ ਨਹੀਂ ਪਹੁੰਚਣਾ। ਤੇ ਇਸ ਕਰਕੇ ਕਹਿਣਾ ਚਾਹੀਦਾ ਹੈ ਸਾਡੇ ਗ੍ਰਹਿ ਵਿਖੇ ਦਰਸ਼ਨ ਦਿਓ ਜਾਂ ਸਾਡੇ ਘਰ ਵਿੱਚ ਦਰਸ਼ਨ ਦਿਓ, ਕਹਿਣ 'ਚ ਕੋਈ ਹਰਜ਼ ਨਹੀਂ। ਸੋ ਜੋ ਪੜ੍ਹ ਕੇ ਜਾਂ ਬੋਲ ਕੇ ਸੁਣਾਇਆ ਹੀ ਨਹੀਂ ਗਿਆ ਤਾਂ ਉਸ ਨੂੰ ਅਰਥ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ, ਜਿੰਨਾ ਚਿਰ ਮੂੰਹੋਂ ਬੋਲ ਕੇ ਪਾਠਕ ਦੱਸ ਨਾ ਦੇਵੇ ਕਿ ਸ਼ਬਦ ਜੋੜ ਇਸ ਤਰ੍ਹਾਂ ਹਨ। ਜੀ ਪ੍ਰਸਾਦੀ ਤੂੰ ਪ੍ਰਗਟੋ ਸੰਸਾਰੀ, ਪੰਨਾ 270। ਜੀ ਪ੍ਰਸਾਦੀ, ਪ੍ਰ ਪੱਪੇ ਪੈਰ ਚਲਾ ਰਹਾ ਹੈ ਕਿਰਪਾ ਨਾਲ, ਤੂੰ ਪ੍ਰਗਟ ਪੱਪੇ ਪੈਰ ਚਲਾ ਰਹਾ ਹੈ, ਪ੍ਰ ਕਰਕੇ ਬੋਲੇ ਜਾਏਗਾ ਪ੍ਰਗਟ, ਪ੍ਰਗਟ ਨਹੀਂ ਪ੍ਰਗਟ ਸੰਸਾਰ। ਸੋ ਪ੍ਰਗਟ ਸ਼ਬਦ ਵਿੱਚ ਪੱਪੇ ਦੇ ਪੈਰ ਅੱਧਾ ਰਾਰਾ ਹੈ। ਪ੍ਰ ਨੂੰ PRA ਬੋਲ ਸਕਦੇ ਹਾਂ, PAR ਨਹੀਂ। ਸੋ ਪ੍ਰਗਟ ਸ਼ਬਦ ਨੂੰ ਪ੍ਰਗਟ ਨਹੀਂ ਬੋਲਿਆ ਜਾ ਸਕਦਾ, ਸਗੋਂ ਪ੍ਰਗਟ ਬੋਲਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।